हाँ जी, गुड मॉर्निंग बेटा। सो बेटा ਜਿਹੜਾ ਆਪਾਂ ਸੈੱਲ ਚੈਪਟਰ ਸਟੱਡੀ ਕਰ ਰਹੇ ਹਾਂ ਉਹਦਾ ਅੱਜ 3rd ਲੈਕਚਰ ਹੈ, ਠੀਕ ਆ। ਸੋ ਮੈਨੂੰ ਆਸ ਆ ਕਿ ਤੁਸੀਂ ਲੈਕਚਰ 1 ਅਤੇ ਲੈਕਚਰ 2 ਦੇਖ ਲਿਆ ਹੋਏਗਾ। ਅਗਰ ਨਹੀਂ ਦੇਖਿਆ ਤਾਂ ਜ਼ਰੂਰ ਦੇਖੋ, ਬੇਸ ਤੁਹਾਡਾ ਉੱਥੋਂ ਹੀ ਬਣੇਗਾ, ਠੀਕ ਹੈ ਨਾ। ਸੋ ਹੁਣ ਆ ਜਾਓ 3rd ਲੈਕਚਰ ਦੇ। ਚਲੋ ਸਟਾਰਟ ਕਰਦੇ ਹਾਂ। ਸੋ ਅੱਜ ਆਪਾਂ ਸਟਾਰਟ ਕਰਨਾ ਡਿਫਰੈਂਸ ਬਿਟਵੀਨ ਪ੍ਰੋਕੈਰੀਓਟਿਕ ਸੈੱਲ ਯੂਕੈਰੀਓਟਿਕ ਸੈੱਲ। ਮਤਲਬ ਕੀ ਹੈ ਕਿ ਜਿਹੜਾ ਹੁੰਦਾ ਨਾ ਸਾਡੇ ਕੋਲ ਪ੍ਰੋਕੈਰੀਓਟਿਕ ਸੈੱਲ ਇਹਦਾ ਇਹ ਕਿਹੜਾ ਸੈੱਲ ਹੁੰਦਾ, ਯੂਕੈਰੀਓਟਿਕ ਸੈੱਲ ਇਹ ਕਿਹੜਾ ਸੈੱਲ ਹੁੰਦਾ। ਹੈ ਦੋਨੋਂ ਸੈੱਲ ਹੀ ਆ, ਪਰ ਕਿਹੜੇ ਕਿਹੜੇ ਹੁੰਦੇ ਆ, ਕੀ ਇਹਨਾਂ ਦੇ ਵਿੱਚ ਡਿਫਰੈਂਸ ਆ, ਕੀ ਇਹਨਾਂ ਦੇ ਵਿੱਚ ਅਲੱਗ ਆ, ਉਹ ਪੜ੍ਹਨਾ ਆਪਾਂ। ਸਭ ਤੋਂ ਪਹਿਲਾਂ ਤਾਂ ਆ ਜਾਓ ਪ੍ਰੋਕੈਰੀਓਟਿਕ ਸੈੱਲ। ਵੇਖੋ ਜਿਹੜਾ ਤਾਂ ਨਾ ਪ੍ਰੋ ਦਾ ਮਤਲਬ ਹੁੰਦਾ ਪ੍ਰੀਮਿਟਿਵ ਮਤਲਬ ਹੁੰਦਾ ਜਿਹੜਾ ਸਭ ਤੋਂ ਪਹਿਲਾਂ, ਬੜਾ ਹੀ ਪੁਰਾਣਾ, ਠੀਕ ਹੈ ਨਾ। ਕਾਰਿਓ ਮਤਲਬ ਹੁੰਦਾ ਨਿਊਕਲੀਅਸ। ਸੋ ਪ੍ਰੋਕੈਰੀਓਟਿਕ ਦਾ ਮਤਲਬ ਕੀ ਹੈ ਕਿ ਬਹੁਤ ਹੀ ਪਹਿਲਾਂ ਵਾਲੇ ਸੈਲਸ। ਪ੍ਰੋਕੈਰੀਓਟਿਕ ਮਤਲਬ ਵੀ ਉਹ ਵਾਲੇ ਸੈਲਸ ਜਿਨ੍ਹਾਂ ਦੇ ਵਿੱਚ ਬਹੁਤ ਹੀ ਮਤਲਬ ਪਹਿਲਾਂ ਮਤਲਬ ਇਹ ਨਿਊਕਲੀਅਸ ਹੁੰਦਾ ਹੈ, ਠੀਕ ਹੈ ਨਾ। ਮਤਲਬ ਦੇਖੋ ਪ੍ਰੋਕੈਰੀਓਟਿਕ ਮਤਲਬ ਕੀ ਹੈ ਕਿ ਪ੍ਰੋ ਮਤਲਬ ਪ੍ਰੀਮਿਟਿਵ, ਕਾਰਿਓ ਮਤਲਬ ਨਿਊਕਲੀਅਸ। ਮਤਲਬ ਪ੍ਰੀਮਿਟਿਵ ਦਾ ਮਤਲਬ ਕੀ ਕਿ ਪਹਿਲਾਂ ਸ਼ੁਰੂਆਤੀ ਦੌਰ 'ਚ ਜਦੋਂ ਸੈੱਲ ਅਜੇ ਬਣਨੇ ਸ਼ੁਰੂ ਹੀ ਹੋਏ, ਠੀਕ ਹੈ ਨਾ। ਜਿੱਦਾਂ ਦਾ ਸੈੱਲ ਅੱਜ ਆ ਨਾ, ਪਹਿਲਾਂ ਇੱਦਾਂ ਦਾ ਨਹੀਂ ਹੁੰਦਾ, ਠੀਕ ਹੈ ਨਾ। ਪਹਿਲਾਂ ਇਹ ਹੌਲੀ ਇੱਦਾਂ ਕਰਕੇ ਐਵੋਲਿਊਸ਼ਨ ਕਰਕੇ ਫਿਰ ਅੱਜ ਇੱਦਾਂ ਦਾ ਸੈੱਲ ਬਣਿਆ। ਇਹ ਐਵੋਲਿਊਸ਼ਨ ਬਾਰੇ ਪੜ੍ਹਾਂਗੇ, ਆਪਣਾ ਚੈਪਟਰ ਹੈਗਾ ਆ, ਠੀਕ ਹੈ ਨਾ। ਸੋ ਜਿਹੜਾ ਹੁੰਦਾ ਨਾ ਪ੍ਰੋਕੈਰੀਓਟਿਕ ਸੈੱਲ, ਪ੍ਰੋ ਦਾ ਮਤਲਬ ਪੀ ਤੋਂ ਯਾਦ ਰੱਖੋ, ਪਹਿਲਾਂ ਵਰਗਾ। ਮਤਲਬ ਜਦੋਂ ਸ਼ੁਰੂਆਤ 'ਚ ਸੈੱਲ ਬਣਨੇ ਸ਼ੁਰੂ ਹੋਏ, ਅੱਜ ਤੋਂ ਹਜ਼ਾਰਾਂ ਕਰੋੜਾਂ ਸਾਲ ਪਹਿਲਾਂ ਜਿਹੜੇ ਸੈੱਲ ਬਣਨੇ ਸ਼ੁਰੂ ਹੋਏ, ਉਹ ਵਾਲੇ ਸੈੱਲ ਕੱਢ ਜਾਣੇ ਆ ਪ੍ਰੋਕੈਰੀਓਟਿਕ ਸੈੱਲ ਦੇ ਵਿੱਚ। ਅਤੇ ਜੋ ਅੱਜ ਵਾ ਸਾਡੇ ਕੋਲ ਉਹ ਕਿਹੜੇ ਆ, ਯੂਕੈਰੀਓਟਿਕ ਸੈੱਲ। ਪ੍ਰੋਕੈਰੀਓਟਿਕ ਪੀ ਤੋਂ ਯਾਦ ਰੱਖੋ ਪਹਿਲਾਂ, ਮਤਲਬ ਜਿਹੜੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵਾਲੇ ਸੈੱਲ, ਉਹ ਕੀ ਆ, ਪ੍ਰੋਕੈਰੀਓਟਿਕ ਸੈੱਲ, ਠੀਕ ਹੈ ਨਾ। ਯੂਕੈਰੀਓਟਿਕ ਸੈੱਲ ਕਿਹੜੇ ਆ, ਜਿਹੜੇ ਅੱਜ ਸਾਡੇ ਕੋਲ ਸੈੱਲ, ਠੀਕ ਹੈ ਨਾ। ਯੂ ਮਤਲਬ ਕੀ ਹੁੰਦਾ, ਡਿਵੈਲਪਡ, ਕਾਰਿਓ ਮਤਲਬ ਨਿਊਕਲੀਅਸ। ਦੇਖੋ ਪ੍ਰੋਕੈਰੀਓਟਿਕ ਸੈੱਲ ਦੇ ਵਿੱਚ ਕੀ ਹੁੰਦਾ ਵਾ, ਯੂਕੈਰੀਓਟਿਕ ਸੈੱਲ ਕਿਹੜਾ ਵਾ, ਡਿਵੈਲਪਡ ਸੈੱਲ ਆ। ਜਿਹੜਾ ਅੱਜ ਸਾਡੇ ਕੋਲ ਸੈੱਲ ਹੈ ਕਿ ਡਿਵੈਲਪਡ ਸੈੱਲ ਆ, ਠੀਕ ਹੈ ਨਾ। ਜਿਹੜਾ ਆਪਣੇ ਕੋਲ ਪ੍ਰੋਕੈਰੀਓਟਿਕ ਸੈੱਲ ਆ ਉਹ ਕੀ ਹੀ, ਮਤਲਬ ਡਿਵੈਲਪ ਨਹੀਂ ਹੈਗਾ ਇੰਨਾ। ਵੇਖੋ ਪ੍ਰੋਕੈਰੀਓਟਿਕ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਨਾ, ਉਹ ਵੈਲ ਡਿਫਾਈਨਡ ਨਹੀਂ ਹੁੰਦਾ। ਆਪਾਂ ਕੀ ਪੜ੍ਹਿਆ ਸੀ ਪਿਛਲੇ ਲੈਕਚਰ ਦੇ ਵਿੱਚ ਕਿ ਆਪਣੇ ਕੋਲ ਸੈੱਲ ਆ, ਪਲਾਂਟ ਸੈੱਲ ਦੀ ਗੱਲ ਕਰੀਏ ਤਾਂ ਸੈੱਲ ਹੋਰ, ਠੀਕ ਹੈ ਨਾ। ਹੁਣ ਇਹਦੇ ਵਿੱਚ ਕੀ ਹੁੰਦਾ ਵਾ, ਨਿਊਕਲੀਅਸ ਹੁੰਦਾ, ਠੀਕ ਹੈ ਨਾ। ਹੁਣ ਵੇਖੋ ਨਿਊਕਲੀਅਸ ਕੀ ਆ ਚੀਜ਼, ਜਿਹੜੀ ਹੈ ਨਾ, ਜਿਹੜੀ ਮੈਂ ਗਰੀਨ ਦੀ ਬਾਰ ਬਣਾਈ ਹੈ, ਜਿੱਦਾਂ ਮੈਂ ਸੈੱਲ ਦੀ ਬਾਰ ਰੈੱਡ ਵਾਲੀ ਬਣਾਈ ਨਾ, ਇਹ ਕੀ ਸੈੱਲ ਦੀ ਮੈਂਬਰੇਨ। ਜਿਹੜੀ ਮੈਂ ਗਰੀਨ ਵਾਲੀ ਨਿਊਕਲੀਅਸ ਦੇ ਆਲੇ ਦੁਆਲੇ ਬਣਾਈ, ਇਹ ਕੀ ਆ, ਨਿਊਕਲੀਅਰ ਮੈਂਬਰੇਨ, ਯਾਨੀ ਕਿ ਨਿਊਕਲੀਅਸ ਦੀ ਮੈਂਬਰੇਨ, ਠੀਕ ਹੈ ਨਾ। ਇਹਦੇ ਵਿੱਚ ਕੀ ਹੁੰਦਾ ਵਾ, ਇਹਦੇ ਵਿੱਚ ਕ੍ਰੋਮੋਸੋਮਸ ਹੁੰਦੇ ਆ, ਪਿਛਲੀ ਵਾਰੀ ਪੜ੍ਹਿਆ ਸੀ ਆਪਾਂ, ਠੀਕ ਹੈ ਨਾ। ਹੁਣ ਜਿਹੜੇ ਹੀ ਨਾ ਇਹ ਨਿਊਕਲੀਅਰ ਮੈਂਬਰੇਨ ਪ੍ਰੀਮਿਟਿਵ ਟਾਈਪ ਦੇ ਜਿਹੜੇ ਸੈੱਲ ਸੀ ਨਾ, ਯਾਨੀ ਕਿ ਪ੍ਰੋਕੈਰੀਓਟਿਕ ਸੈੱਲ ਸੀ ਜਿਹੜੇ, ਉਹਨਾਂ ਦੇ ਵਿੱਚ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ। ਜਿਹੜੀ ਗਰੀਨ ਵਾਲੀ ਆਪਾਂ ਬਣਾਈ ਨਾ, ਵਾਲੀ, ਇਹ ਨਿਊਕਲੀਅਰ ਮੈਂਬਰੇਨ, ਠੀਕ ਹੈ ਨਾ। ਇਹ ਨਿਊਕਲੀਅਰ ਮੈਂਬਰੇਨ ਦਾ ਕੰਮ ਕੀ ਆ ਕਿ ਜੋ ਇੱਥੇ ਸਾਈਟੋਪਲਾਜ਼ਮ ਦੇ ਵਿੱਚ ਪਿਆ ਵਾ ਅਤੇ ਜੋ ਨਿਊਕਲੀਅਸ ਦੇ ਵਿੱਚ ਪਿਆ ਵਾ, ਇਹਨਾਂ ਦੋਵਾਂ ਨੂੰ ਇਹ ਅਲੱਗ ਕਰਕੇ ਰੱਖਦੀ ਆ। ਪਰ ਜਿਹੜੇ ਹੁੰਦੇ ਸੀ ਨਾ, ਇਹ ਕਿਹਦੇ ਵਿੱਚ ਵਾ, ਯੂਕੈਰੀਓਟਿਕ ਸੈੱਲ ਦੇ ਵਿੱਚ। ਜਿਹੜੀ ਇਹ ਨਿਊਕਲੀਅਰ ਮੈਂਬਰੇਨ ਆ ਨਾ, ਇਹ ਯੂਕੈਰੀਓਟਿਕ ਸੈੱਲ ਦੇ ਵਿੱਚ ਹੁੰਦੀ ਆ। ਪਰ ਜਿਹੜੇ ਆਪਣੇ ਕੋਲ ਪ੍ਰੋਕੈਰੀਓਟਿਕ ਸੈੱਲ ਆ, ਉਹਨਾਂ ਦੇ ਵਿੱਚ ਕੀ ਹੁੰਦਾ ਸੀ ਕਿ ਮੰਨ ਲਓ ਮੈਂ ਇੱਕ ਪ੍ਰੋਕੈਰੀਓਟਿਕ ਸੈੱਲ ਬਣਾਉਣਾ ਤੁਹਾਡੇ ਅੱਗੇ। ਮੰਨ ਲਓ ਕੀ ਹੈ, ਇੱਕ ਪ੍ਰੋਕੈਰੀਓਟਿਕ ਸੈੱਲ ਆ। ਕਿਹੜਾ ਸੈੱਲ ਆ, ਪ੍ਰੋਕੈਰੀਓਟਿਕ ਸੈੱਲ। ਇਹਦੇ ਵਿੱਚ ਨਿਊਕਲੀਅਸ ਇੱਦਾਂ ਹੀ ਪਿਆ ਹੁੰਦਾ ਹੈ, ਆਲੇ ਦੁਆਲੇ ਨਿਊਕਲੀਅਰ ਮੈਂਬਰੇਨ ਨਹੀਂ ਸੀ ਹੈਗੀ, ਠੀਕ ਹੈ ਨਾ। ਨਿਊਕਲੀਅਸ ਇਕੱਲਾ ਉੱਦਾਂ ਹੀ ਪਿਆ ਹੁੰਦਾ ਹੈ, ਠੀਕ ਹੈ ਨਾ। ਨਿਊਕਲੀਅਸ ਇੱਦਾਂ ਹੀ ਪਿਆ ਹੁੰਦਾ ਹੈ, ਆਲੇ ਦੁਆਲੇ ਨਿਊਕਲੀਅਰ ਮੈਂਬਰੇਨ ਨਹੀਂ ਹੈਗੀ। ਇਹ ਕੀ ਆ, ਪ੍ਰੋਕੈਰੀਓਟਿਕ ਸੈੱਲ। ਜਿਹੜਾ ਯੂਕੈਰੀਓਟਿਕ ਸੈੱਲ, ਉਹਦੇ ਵਿੱਚ ਕੀ ਆ, ਨਿਊਕਲੀਅਸ ਇੱਦਾਂ ਹੈ, ਆਲੇ ਦੁਆਲੇ ਨਿਊਕਲੀਅਰ ਮੈਂਬਰੇਨ ਹੈਗੀ ਆ। ਸੋ ਇਹਦਾ ਮਤਲਬ ਕਿ ਜਿਹੜਾ ਵੇਖੋ ਹੁਣ ਨਿਊਕਲੀਅਸ ਦੇ ਆਲੇ ਦੁਆਲੇ ਜਦੋਂ ਨਿਊਕਲੀਅਰ ਮੈਂਬਰੇਨ ਹੈਗੀ ਆ, ਹੁਣ ਵੇਖੋ ਆਪਣੇ ਕੋਲ ਪ੍ਰੋਕੈਰੀਓਟਿਕ ਸੈੱਲ, ਆਪਣੇ ਕੋਲ ਯੂਕੈਰੀਓਟਿਕ ਸੈੱਲ। ਨਿਊਕਲੀਅਸ ਇੱਦਾਂ ਹੀ ਪਿਆ ਵਾ, ਇੱਥੇ ਨਿਊਕਲੀਅਸ ਇੱਦਾਂ ਪਿਆ। ਹੁਣ ਵੇਖੋ ਜਿਹੜਾ ਯੂਕੈਰੀਓਟਿਕ ਸੈੱਲ ਆ, ਇਹਦੇ ਵਿੱਚ ਨਿਊਕਲੀਅਸ ਵਧੀਆ ਤਰ੍ਹਾਂ ਡਿਫਾਈਨਡ ਆ। ਡਿਫਾਈਨਡ ਕਿਸ ਕਰਕੇ ਆ, ਕਿਉਂਕਿ ਇਹਦੇ ਆਲੇ ਦੁਆਲੇ ਨਿਊਕਲੀਅਰ ਮੈਂਬਰੇਨ ਆ। ਹੁਣ ਜਿਹੜਾ ਇਹ ਪ੍ਰੋਕੈਰੀਓਟਿਕ ਸੈੱਲ ਆ, ਇਹਦੇ ਆਲੇ ਦੁਆਲੇ ਜਿਹੜਾ ਇਹਦੇ ਵਿੱਚ ਜਿਹੜਾ ਨਿਊਕਲੀਅਸ ਆ, ਇਹ ਪ੍ਰੋਪਰਲੀ ਡਿਫਾਈਨਡ ਨਹੀਂ ਹੈਗਾ। ਡਿਫਾਈਨਡ ਹੈਗਾ ਨਿਊਕਲੀਅਸ, ਵੇਖੋ ਇੰਨੇ ਕੀ ਏਰੀਏ ਦੇ ਵਿੱਚ ਕੋਈ ਕਿਤੇ ਪਿਆ, ਕੋਈ ਕਿਤੇ ਪਿਆ, ਇਹਦਾ ਪਾਰਟ ਨਿਊਕਲੀਅਸ ਦਾ। ਪ੍ਰੋਕੈਰੀਓਟਿਕ ਦੇ ਵਿੱਚ ਨਿਊਕਲੀਅਸ ਵਧੀਆ ਤਰ੍ਹਾਂ ਡਿਫਾਈਨਡ ਨਹੀਂ ਹੈਗਾ। ਯੂਕੈਰੀਓਟ ਦੇ ਵਿੱਚ ਵਧੀਆ ਤਰ੍ਹਾਂ ਡਿਫਾਈਨਡ ਹੈਗਾ ਆ, ਠੀਕ ਹੈ ਨਾ। ਯੂਕੈਰੀਓਟ ਦੇ ਵਿੱਚ ਵਧੀਆ ਤਰ੍ਹਾਂ ਡਿਫਾਈਨਡ ਕਿਉਂ ਆ, ਕਿਉਂਕਿ ਇਹਦੇ ਆਲੇ ਦੁਆਲੇ ਕੀ ਹੈ, ਨਿਊਕਲੀਅਰ ਮੈਂਬਰੇਨ। ਪ੍ਰੋਕੈਰੀਓਟ ਦੇ ਵਿੱਚ ਕਿਉਂ ਨਹੀਂ ਡਿਫਾਈਨਡ ਹੈਗਾ ਵਧੀਆ ਤਰ੍ਹਾਂ, ਕਿਉਂਕਿ ਨਿਊਕਲੀਅਰ ਮੈਂਬਰੇਨ ਨਹੀਂ ਹੈਗੀ ਨਿਊਕਲੀਅਸ ਦੇ ਆਲੇ ਦੁਆਲੇ,
ठीक है ना। सो अपने कोल की आ गया, आप पढ़ लिया कि न्यूक्लियस इज़ नॉट डिफाइंड, मतलब प्रोकैरियोटिक सैल दे विच, यूकैरियोटिक दे विच न्यूक्लियस वैल डिफाइंड। ठीक है, डिफाइंड क्यों नहीं ही, क्योंकि मैंबरेन ही प्रेजेंट है न्यूक्लियस के आले दुआले। डिफाइंड क्यों आ, क्योंकि मैंबरेन प्रेजेंट है न्यूक्लियस के आले दुआले, जिन्हों की कहा जाता न्यूक्लियर मैंबरेन। ठीक है, सो प्रोकैरियोटिक वो वाले सैल जिन्हों के न्यूक्लियस वधिया तरह डिफाइंड नहीं है। यूकैरियोटिक वो वाले सैल जिन्हों में न्यूक्लियस वधिया तरह डिफाइंड है। डिफाइंड क्यों आ यूकैरियोट के, क्योंकि न्यूक्लियर मैंबरेन आले दुआले वो प्रेजेंट है। ठीक है ना। प्रोकैरियोट के डिफाइंड क्यों नहीं है, क्योंकि न्यूक्लियर मैंबरेन आले दुआले नहीं हैगी। ठीक है ना। लैक ऑफ न्यूक्लियस भी, मतलब प्रोकैरियोट के एक तरह का न्यूक्लियस असीं कहने कि है ही नहीं, हुंदा जरूर है। ठीक है ना, पर खिलरिया पिलरिया हुंदा। ठीक है, जिहड़े प्रोकैरियोटिक सैल हुंदे ना, ये छोटे हुंदे आ, जिहड़ा साइज़ इन्हां दा छोटा हुंदा प्रोकैरियोट सैल दा। जिहड़े यूकैरियोट सैल है वड्डे हुंदे आ। ठीक है ना, यूकैरियोटिक सैल जिहड़े हुंदे आ वड्डे हुंदे आ। देखो, जिहड़ा प्रोकैरियोटिक सैल इहदे विच इक्को ही क्रोमोसोम प्रेजेंट हुंदा वा, जिहड़ा यूकैरियोटिक सैल इहदे विच मोर दैन 1 क्रोमोसोम प्रेजेंट हुंदे। देखो इहदा की मतलब आ, जिहड़ा ते हो गया ये की आ प्रोकैरियोटिक सैल, ये की आ यूकैरियोटिक सैल। सानू पता यूकैरियोटिक सैल दे विच आपां न्यूक्लियस आ, न्यूक्लियस दे विच की हुंदे आ क्रोमोसोम। ठीक है, सिमिलरली जिहड़ा प्रोकैरियोटिक सैल इहदे विच न्यूक्लियस इदां खिलरिया पिलरिया हुंदा, डिफाइंड नहीं हुंदा प्रोकैरियोटिक दे विच, पर इहदे विच भी क्रोमोसोम हुंदे आ, इहदे विच भी क्रोमोसोम हुंदे आ। ठीक है ना। देखो जिहड़े ते आ प्रोकैरियोटिक, इन्हां दे विच सिर्फ इक्को क्रोमोसोम प्रेजेंट आ, सिंगल क्रोमोसोम। यूकैरियोटिक दे विच काफ़ी सारे क्रोमोसोम प्रेजेंट आ, 1 2 3 4 5 6 इदा काफ़ी सारे, मतलब एक तो ज़्यादा क्रोमोसोम प्रेजेंट आ। प्रोकैरियोटिक दे विच सिर्फ इक्को ही क्रोमोसोम, यूकैरियोटिक दे विच काफ़ी सारे क्रोमोसोम। ठीक है, सो ये भी गल क्लीयर होगी। एक तो न्यूक्लियस नहीं वधिया तरह डिफाइंड है। ठीक है, एक साइज़ छोटा आ, एक ही क्रोमोसोम प्रेजेंट आ। यूकैरियोटिक दे विच न्यूक्लियस भी वधिया तरह डिफाइंड आ, साइज़ भी वड्डा आ, ते अपने कोल क्रोमोसोम भी एक तो ज़्यादा प्रेजेंट आ। आप पिछली क्लास दे विच सैल ऑर्गेनेलिस बारे मैं तुहानूं दस्सिया सी कि जो साइटोप्लाज्म हुंदा सैल दा, उहदे विच की हुंदियां वा अपने कोल अलग अलग सैल दे ऑर्गनस पे हुंदे, जिद्दां कि अपने कोल माइटोकॉन्ड्रिया, अपने कोल एंडोप्लाज्मिक रेटिकुलम, अपने कोल गोल्जी अपरेटस, ये अलग अलग तरह दी सैल ऑर्गेनेलिस प्रेजेंट हुंदियां। बट जिहड़ा ते हुंदा ना अपने कोल प्रोकैरियोटिक सैल, ये वाला प्रोकैरियोटिक सैल, इहदे विच ऑर्गेनेलिस नहीं हुंदियां, जिहड़ियां सैल ऑर्गेनेलिस हुंदियां ना वो नहीं हुंदियां। ठीक है ना, सिर्फ इक्को ही हुंदी आ, वो किहड़ी हुंदी आ मैं तुहानूं दस दांगा। ठीक है ना। देखो मैंबरेन बाउंड सैल ऑर्गेनेलिस का की, देखो मैंबरेन बाउंड सैल ऑर्गेनेलिस का की मतलब, देखो मान लो आप एक यूकैरियोटिक सैल लिया, ਉਹਦੇ ਵਿੱਚ ਨਿਊਕਲੀਅਸ ਆ ਕੀ ਹੋ ਗਿਆ ਸਾਈਟੋਪਲਾਜ਼ਮ। ਹੁਣ ਇਹਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਆ, ਮੰਨ ਲਓ ਆਪਾਂ ਇੱਕ ਸੈੱਲ ਔਰਗੈਨੈਲੀ ਲੈ ਲੈਂਦੇ ਹਾਂ ਐਂਡੋਪਲਾਜ਼ਮਿਕ ਰੈਟੀਕੂਲਮ। ਐਂਡੋਪਲਾਜ਼ਮਿਕ ਰੈਟੀਕੂਲਮ ਇੱਦਾਂ ਨਹੀਂ ਹੁੰਦੀ ਹੈ। ਜਿਹੜੀ ਆਹ ਵਾਲੀ ਚੀਜ਼ ਹੈ ਨਾ, ਇਹ ਕੀ ਆ ਮੈਂਬਰੇਨ, ਸੈੱਲ ਔਰਗੈਨੈਲੀ ਦੀ ਮੈਂਬਰੇਨ। ਠੀਕ ਆ ਨਾ। ਸੋ ਇਹ ਔਰਗੈਨੈਲੀ ਕੀ ਹੋ ਗਈ ਮੈਂਬਰੇਨ ਬਾਉਂਡ, ਮਤਲਬ ਵੀ ਇਹ ਔਰਗੈਨੈਲੀ ਦੇ ਉੱਤੇ ਕੀ ਆ ਮੈਂਬਰੇਨ ਹੈਗੀ ਆ। ਉਸੇ ਤਰ੍ਹਾਂ ਤੁਸੀਂ ਕੀ ਬਣਾ ਲਓ, ਆਪਣੇ ਕੋਲ ਇੱਕ ਬਣਾ ਲਓ ਆ ਕੀ ਸੋਚ ਲਓ ਮਾਈਟੋਕੌਂਡਰੀਆ। ਇਹ ਕੀ ਆ ਮਾਈਟੋਕੌਂਡਰੀਆ। ਇਹ ਮਾਈਟੋਕੌਂਡਰੀਆ ਦੇ ਵੀ ਆਲੇ ਦੁਆਲੇ ਆਹ ਜਿਹੜੀ ਚੀਜ਼ ਹੈ ਨਾ, ਇਹ ਕੀ ਆ ਮੈਂਬਰੇਨ। ਮਾਈਟੋਕੌਂਡਰੀਆ ਦੇ ਤਾਂ ਦੋ ਹੁੰਦੀਆਂ, ਇੱਦਾਂ ਹੁੰਦੀਆਂ ਦੋ ਮੈਂਬਰੇਨਸ ਹੁੰਦੀਆਂ ਉਹਦੇ ਆਲੇ ਦੁਆਲੇ, ਦੋ ਲੇਅਰਸ ਹੁੰਦੀਆਂ। ਠੀਕ ਹੈ ਨਾ। ਸੋ ਇਹ ਵਾਲੀਆਂ ਜਿਹੜੀਆਂ ਇਹ ਕੀ ਆ ਮੈਂਬਰੇਨ। ਮੈਂਬਰੇਨ ਬਾਉਂਡ ਔਰਗੈਨੈਲੀ ਦਾ ਮਤਲਬ ਕੀ ਆ ਕਿ ਜਿਹੜੀ ਔਰਗੈਨੈਲੀ ਆ, ਜਿੱਦਾਂ ਕਿ ਆਪਣੇ ਕੋਲ ਐਂਡੋਪਲਾਜ਼ਮਿਕ ਰੈਟੀਕੂਲਮ ਆ, ਇਹ ਜਿਹੜੀ ਔਰਗੈਨੈਲੀ ਇਹਦੇ ਆਲੇ ਦੁਆਲੇ ਮੈਂਬਰੇਨ ਹੈਗੀ ਆ। ਠੀਕ ਹੈ ਨਾ। ਸੋ ਮੈਂਬਰੇਨ ਬਾਉਂਡ ਔਰਗੈਨੈਲੀਜ਼। ਸੋ ਇਹ ਜਿਹੜੀਆਂ ਮੈਂਬਰੇਨ ਬਾਉਂਡ ਔਰਗੈਨੈਲੀਜ਼ ਆ ਉਹ ਐਬਸੈਂਟ ਆ ਪ੍ਰੋਕੈਰੀਓਟਿਕ ਦੇ ਵਿੱਚ, ਵੀ ਮਤਲਬ ਜਿਹੜੀਆਂ ਔਰਗੈਨੈਲੀਜ਼ ਆ ਉਹ ਨਹੀਂ ਹੈਗੀਆਂ। ਠੀਕ ਹੈ ਨਾ। ਸੋ ਜਦੋਂ ਔਰਗੈਨੈਲੀਜ਼ ਨਹੀਂ ਹੈਗੀਆਂ ਮੈਂਬਰੇਨ ਕਿੱਥੋਂ ਹੋਣੀ। ਮੈਂਬਰੇਨ ਬਾਉਂਡ ਔਰਗੈਨੈਲੀਜ਼ ਪ੍ਰੈਜ਼ੈਂਟ ਆ ਕਿਹਦੇ ਵਿੱਚ, ਯੂਕੈਰੀਓਟਿਕ ਦੇ ਵਿੱਚ। ਪ੍ਰੋਕੈਰੀਓਟਿਕ ਦੀ ਐਗਜ਼ਾਮਪਲ ਕੀ ਆ, ਆਲ ਸਿੰਗਲ ਸੈਲਡ। ਜਿੰਨੇ ਵੀ ਇੱਕ ਸੈੱਲ ਵਾਲੇ ਆਪਾਂ ਪੜ੍ਹੇ ਨਾ, ਯੂਨੀਸੈਲਰ ਮਲਟੀਸੈਲਰ, ਪਿਛਲੀ ਕਲਾਸ 'ਚ ਪੜ੍ਹੇ ਸੀ ਆਪਾਂ। ਯੂਨੀਸੈਲਰ ਮਤਲਬ ਜਿਹੜੇ ਇੱਕ ਹੀ ਸੈੱਲ ਦੇ ਬਣੇ ਆ, ਮਲਟੀਸੈਲਰ ਮਤਲਬ ਜਿਹੜੇ ਕਾਫੀ ਸਾਰੇ ਸੈੱਲਸ ਦੇ ਬਣੇ ਆ ਔਰਗੈਨਿਜ਼ਮਸ। ਯੂਨੀਸੈਲੂਲਰ ਜਿਹੜੇ ਹੁੰਦੇ ਆ ਨਾ ਉਹ ਕਿਹਦੇ ਵਿੱਚ ਆਉਂਦੇ ਆ, ਪ੍ਰੋਕੈਰੀਓਟ ਦੇ ਵਿੱਚ। ਠੀਕ ਹੈ ਨਾ। ਮਲਟੀਸੈਲਰ ਕੱਚ ਆਉਂਦੇ ਆ ਆਪਣੇ ਕੋਲ, ਸਿੰਗਲ ਅਤੇ ਮਲਟੀਸੈਲਰ।
ਸਿੰਗਲ ਅਤੇ ਮਲਟੀ ਸੈਲੂਲਰ ਉਹ ਕਿਹਦੇ ਵਿੱਚ ਆਉਂਦੇ ਆ? ਯੂਕੈਰੀਓਟ ਦੇ ਵਿੱਚ। ਯੂਕੈਰੀਓਟ ਦੇ ਵਿੱਚ ਸਿੰਗਲ ਸੈੱਲ ਵਾਲੇ ਆਰਗੈਨਿਜ਼ਮਸ ਵੀ ਹੈਗੇ ਆ ਕਈ, ਅਤੇ ਮਲਟੀ ਸੈਲੂਲਰ ਵਾਲੇ ਵੀ ਹੈਗੇ ਆ। ਪਰ ਜਿਹੜਾ ਪ੍ਰੋਕੈਰੀਓਟ ਉਹਦੇ ਵਿੱਚ ਸਾਰੇ ਦੇ ਸਾਰੇ ਕਿਹੜੇ ਆ? ਸਿੰਗਲ ਸੈੱਲ ਵਾਲੇ। ਐਗਜ਼ਾਮਪਲ ਬੈਕਟੀਰੀਆ, ਠੀਕ ਹੈ ਨਾ। ਇਹਦੀ ਐਗਜ਼ਾਮਪਲ ਕੀ? ਪਲਾਂਟ ਸੈੱਲ, ਐਨੀਮਲ ਸੈੱਲ। ਇਹ ਤਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਜਿੱਦਾਂ ਹੁਣ ਆਪਾਂ ਆ, ਆਪਣੇ ਵਿੱਚ ਐਨੀਮਲ ਸੈੱਲ, ਆਪਣੀ ਗੱਲ ਕਰਨੀ, ਐਨੀਮਲ ਦੀ ਗੱਲ ਕੀਤੀ, ਤਾਂ ਆਪਣੇ ਵਿੱਚ ਕਿਹੜਾ ਵਧੀਆ ਤਰ੍ਹਾਂ ਡਿਵੈਲਪਡ ਆਪਣੇ ਕੋਲ ਸੈੱਲ ਆ। ਸਿਮਿਲੈਰਿਟੀਜ਼ ਕੀ ਆ ਦੋਨਾਂ ਦੇ ਵਿੱਚ? ਪ੍ਰੋਕੈਰੀਓਟਿਕ ਸੈੱਲ, ਯੂਕੈਰੀਓਟਿਕ ਸੈੱਲ। ਸਿਮਿਲੈਰਿਟੀਜ਼ ਕੀ ਹੈ ਇਹਨਾਂ ਦੇ ਵਿੱਚ? ਠੀਕ ਹੈ ਨਾ। ਦੋਵਾਂ ਦੇ ਕੋਲ DNA ਹੈਗਾ। DNA ਕੀ ਹੁੰਦਾ? ਇੱਦਾਂ ਦਾ ਬਣਿਆ ਨਹੀਂ ਹੁੰਦਾ ਇੱਕ, ਇੱਦਾਂ ਸਟਰਕਚਰ ਜਿਹਾ ਹੁੰਦਾ ਇੱਕ ਇੱਦਾਂ, ਉਹਨੂੰ DNA ਕਿਹਾ ਜਾਂਦਾ। TV ਦੇ ਵਿੱਚ ਵੀ ਦੇਖਦੇ ਹੋਣੇ ਤੁਸੀਂ, ਇੱਦਾਂ ਦਾ ਸਟਰਕਚਰ ਹੁੰਦਾ, DNA ਕਹਿੰਦੇ ਉਹਨੂੰ। ਇੱਕ ਰਾਈਬੋਜ਼ੋਮਸ, ਦੋਨਾਂ ਦੇ ਕੋਲ ਇਹਦੇ ਕੋਲ ਵੀ DNA ਹੈਗਾ, ਇਹਦੇ ਕੋਲ ਵੀ DNA ਹੈਗਾ। ਇਹਦੇ ਕੋਲ ਵੀ ਰਾਈਬੋਜ਼ੋਮਸ ਹੈਗੇ, ਇਹਦੇ ਕੋਲ ਵੀ ਰਾਈਬੋਜ਼ੋਮਸ ਹੁੰਦੇ। ਰਾਈਬੋਜ਼ੋਮਸ ਇੱਦਾਂ ਜਿਹੇ ਦਿੰਦੇ, ਇਹ ਜਿਹੜੇ ਰਾਈਬੋਜ਼ੋਮਸ ਹੁੰਦੇ ਨੇ ਇਹਨਾਂ ਦੇ ਕਰਕੇ ਪ੍ਰੋਟੀਨ ਬਣਦਾ, ਇਹ ਮੈਂ ਤੁਹਾਨੂੰ ਦੱਸਾਂਗਾ। ਦੋਨਾਂ ਦੇ ਕੋਲ ਸਾਈਟੋਪਲਾਜ਼ਮ ਹੈਗਾ, ਇਹਦੇ ਕੋਲ ਸਾਈਟੋਪਲਾਜ਼ਮ ਹੈਗਾ, ਇਹਦੇ ਕੋਲ ਵੀ ਹੈਗਾ। ਦੋਨਾਂ ਦੇ ਕੋਲ ਪਲਾਜ਼ਮਾ ਮੈਂਬਰੇਨ ਹੈਗੀ ਆ, ਵੇਖੋ ਆਹ ਵਾਲੀ ਪਲਾਜ਼ਮਾ ਮੈਂਬਰੇਨ ਦੋਨਾਂ ਦੇ ਕੋਲ ਹੈਗੀ। ਅੱਗੇ ਆ ਗਿਆ ਆਪਾਂ ਪਲਾਂਟ ਸੈੱਲ ਅਤੇ ਐਨੀਮਲ ਸੈੱਲ ਬਾਰੇ ਪੜ੍ਹਨਾ। ਪਲਾਂਟ ਸੈੱਲ ਅਤੇ ਐਨੀਮਲ ਸੈੱਲ ਬਾਰੇ ਪੜ੍ਹਨਾ। ਜਿਹੜਾ ਸਾਡੇ ਕੋਲ ਪਲਾਂਟ ਸੈੱਲ ਆ, ਐਨੀਮਲ ਸੈੱਲ, ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਜਿਹੜਾ ਪਲਾਂਟ ਸੈੱਲ ਹੁੰਦਾ ਇਹਦੇ ਵਿੱਚ ਸੈੱਲ ਵਾਲ ਹੁੰਦੀ ਆ ਪ੍ਰੈਜੈਂਟ, ਐਨੀਮਲ ਸੈੱਲ ਵਿੱਚ ਸੈੱਲ ਵਾਲ ਐਬਸੈਂਟ ਆ। ਆਹ ਕੀ ਆ? ਪਲਾਂਟ ਸੈੱਲ ਵਾਲ ਹੈਗੀ। ਆਹ ਕੀ ਆ? ਐਨੀਮਲ ਸੈੱਲ। ਇਹ ਇਕੱਲਾ ਇੱਦਾਂ ਹੀ ਹੁੰਦਾ, ਇਹਦੇ ਵਾਲੇ ਦੁਆਲੇ ਸੈੱਲ ਵਾਲ ਨਹੀਂ ਹੁੰਦੀ, ਠੀਕ ਹੈ ਨਾ। ਸੋ ਇਹ ਮੈਂ ਦੱਸਦਾ ਕਿ ਸੈੱਲ ਵਾਲ ਪਲਾਂਟ ਸੈੱਲ ਦੇ ਵਿੱਚ ਸੈੱਲ ਵਾਲ ਹੈਗੀ, ਐਨੀਮਲ ਸੈੱਲ ਦੇ ਵਿੱਚ ਸੈੱਲ ਵਾਲ ਨਹੀਂ ਹੈਗੀ, ਠੀਕ ਆ। ਪਲਾਸਟਿਡਸ, ਵੇਖੋ ਜਿੱਦਾਂ ਅੱਗੇ ਆਪਾਂ ਔਰਗਨੈਲੀਜ਼ ਪੜ੍ਹੀਆਂ ਨਾ ਉੱਪਰ ਵੀ ਆਪਣੇ ਕੋਲ ਕਿਹੜੀ ਔਰਗਨੈਲੀਜ਼ ਹੁੰਦੀ ਹੈ। ਆਪਣੇ ਕੋਲ ਹੁੰਦੀ ਹੈ ਐਂਡੋਪਲਾਜ਼ਮਿਕ ਰੈਟੀਕੂਲਮ, ਆਪਣੇ ਕੋਲ ਹੁੰਦੀ ਹੈ ਗੋਲਜੀ ਅਪਰੇਟਸ, ਆਪਣੇ ਕੋਲ ਇਹਨਾਂ ਦੀਆਂ ਅਲੱਗ-ਅਲੱਗ ਔਰਗਨੈਲੀਜ਼ ਹੁੰਦੀਆਂ ਜਿਹੜੀਆਂ, ਠੀਕ ਆ। ਉਵੇਂ ਹੀ ਇੱਕ ਔਰਗਨੈਲੀ ਹੁੰਦੀ ਆ ਪਲਾਸਟਿਡ। ਜਿਵੇਂ ਐਂਡੋਪਲਾਜ਼ਮਿਕ ਰੈਟੀਕੂਲਮ ਇੱਕ ਔਰਗਨੈਲੀ ਆ, ਪਲਾਸਟਿਡ ਵੀ ਇੱਕ ਔਰਗਨੈਲੀ ਆ। ਅੱਗੇ ਪੜ੍ਹਾਂਗੇ ਆਪਾਂ ਇਹਦੇ ਬਾਰੇ, ਠੀਕ ਹੈ ਨਾ। ਪਲਾਸਟਿਡ ਵੀ ਕੀ ਹੈ? ਇੱਕ ਔਰਗਨੈਲੀ ਆ, ਠੀਕ ਹੈ ਨਾ। ਹੁਣ ਇਹ ਜਿਹੜੀ ਪਲਾਸਟਿਡ ਔਰਗਨੈਲੀ ਹੁੰਦੀ ਹੈ ਨਾ, ਇਹ ਕਿਹਦੇ ਵਿੱਚ ਪ੍ਰੈਜ਼ੈਂਟ ਹੁੰਦੀ ਆ? ਪਲਾਂਟਸ ਦੇ ਵਿੱਚ, ਬਟ ਐਬਸੈਂਟ ਹੁੰਦੀ ਹੈ ਐਨੀਮਲ ਸੈੱਲ ਦੇ ਵਿੱਚ। ਵੇਖੋ ਜਿਹੜੀ ਇਹ ਪਲਾਸਟਿਡ ਵਾਲੀ ਸੈੱਲ ਔਰਗਨੈਲੀ ਹੈ ਨਾ, ਪਲਾਸਟਿਡ ਵਾਲੀ, ਇਹਦੇ ਕਰਕੇ ਪਲਾਂਟਸ ਫੋਟੋਸਿੰਥਸਿਸ ਕਰ ਪਾਉਂਦੇ ਆ। ਮੰਨ ਲਓ ਆਹ ਵਾਲਾ ਪਲਾਂਟ ਸੈੱਲ ਆ, ਆਲੇ ਦੁਆਲੇ ਕੀ ਹੋ ਗਈ? ਸੈੱਲ ਵਾਲ। ਇਹਦੇ ਵਿੱਚ ਕੀ ਪ੍ਰੈਜ਼ੈਂਟ ਆ? ਮੰਨ ਲਓ ਆਹ ਕੀ ਆ? ਪਲਾਸਟਿਡ ਸੈੱਲ ਔਰਗਨੈਲੀ, ਠੀਕ ਹੈ ਨਾ। ਹੁਣ ਇਹ ਪਲਾਸਟਿਡ ਵਾਲੀ ਸੈੱਲ ਔਰਗਨੈਲੀ ਦੇ ਵਿੱਚ ਕੀ ਹੁੰਦਾ ਵਾ? ਫੋਟੋਸਿੰਥਸਿਸ। ਫੋਟੋਸਿੰਥਸਿਸ ਕੀ ਹੁੰਦੀ ਆ ਕਿ ਜਿਹੜੇ ਪਲਾਂਟਸ ਹੁੰਦੇ ਆ ਇਹ ਆਪਣਾ ਖਾਣਾ ਆਪ ਬਣਾਉਂਦੇ ਆ। ਤੁਸੀਂ ਦੇਖਿਆ ਨਹੀਂ ਆ ਕਿ ਜਦੋਂ ਕਣਕ ਵਾ ਚੌਲ ਵਾ, ਝੋਨਾ ਲਾਉਂਦੇ ਹਾਂ ਆਪਾਂ, ਝੋਨੇ ਦਾ ਇੱਕ ਛੋਟਾ ਜਿਹਾ ਬੂਟਾ ਲਾਉਂਦੇ, ਫਿਰ ਉਹ ਹੌਲੀ ਹੌਲੀ ਵੱਡਾ ਹੋ ਜਾਂਦਾ ਅਤੇ ਬਾਅਦ 'ਚ ਉਹਦੇ ਵਿੱਚ ਚੌਲ ਪੈਦਾ ਹੋ ਜਾਂਦੇ, ਠੀਕ ਹੈ ਨਾ। ਉਹ ਕੀ ਹੁੰਦਾ ਵਾ ਵੀ ਖਾਣਾ ਜਿਹੜਾ ਵਾ ਉਹ ਚੌਲ ਵਾ, ਖਾਣ ਵਾਲੀ ਚੀਜ਼ ਉਹ ਕਿੰਨੇ ਬਣਾਈ? ਪਲਾਂਟ ਨੇ ਖੁਦ ਬਣਾਈ, ਠੀਕ ਹੈ ਨਾ। ਅਸੀਂ ਤਾਂ ਨਹੀਂ ਨਾ ਵਿੱਚ ਪਾਏ, ਉਹਨੇ ਬਣਾਏ, ਅਸੀਂ ਸਗੋਂ ਪਲਾਂਟ ਤੋਂ ਲੈਂਦੇ ਪਏ, ਠੀਕ ਹੈ ਨਾ। ਅਤੇ ਜਿਹੜਾ ਹੁੰਦਾ ਵਾ ਆਪਣੇ ਕੋਲ ਕਣਕ ਦਾ ਵੀ ਵੇਖੋ, ਪਹਿਲਾਂ ਇੱਕ ਬੂਟਾ ਲਾਉਂਦੇ ਹਾਂ, ਬੂਟਾ ਹੌਲੀ ਹੌਲੀ ਵੱਡਾ ਹੁੰਦਾ, ਫਿਰ ਉਹਦੇ ਵਿੱਚ ਕਣਕ ਦੇ ਦਾਣੇ ਪੈਦਾ ਹੋਣ ਲੱਗ ਜਾਂਦੇ। ਇਹਦਾ ਮਤਲਬ ਕੀ ਹੈ ਕਿ ਜਿਹੜੇ ਪਲਾਂਟਸ ਹੈ ਆਪਣਾ ਖਾਣਾ ਆਪ ਬਣਾਉਂਦੇ ਪਏ ਆ। ਜਿਹੜੇ ਹਿਊਮਨ ਬੀਇੰਗਸ ਆ ਨਾ, ਇਹ ਆਪਣਾ ਖਾਣਾ ਆਪ ਨਹੀਂ ਬਣਾ ਸਕਦੇ ਹੈਗੇ। ਮਤਲਬ ਕਹਿਣ ਦਾ ਮਤਲਬ ਇਹ ਕਿ ਅਸੀਂ ਖਾਣੇ ਨੂੰ ਪਕਾ ਸਕਦੇ ਹਾਂ ਕਿਚਨ ਦੇ ਵਿੱਚ, ਪਰ ਹੁਣ ਜਿਹੜੀ ਉਹ ਕਣਕ ਆ ਜਿਹਦਾ ਆਪਾਂ ਕੀ ਆ ਆਟਾ ਜਾਂ ਰੋਟੀ ਬਣਾਈ, ਉਹ ਕਣਕ ਸਾਨੂੰ ਕਿੱਥੋਂ ਮਿਲੀ? ਪਲਾਂਟਸ ਤੋਂ ਮਿਲੀ। ਉਹ ਕਣਕ ਤਾਂ ਨਹੀਂ ਨਾ ਅਸੀਂ ਖੁਦ ਬਣਾਈ, ਕਿੱਥੋਂ ਮਿਲੀ? ਸਾਨੂੰ ਪਲਾਂਟਸ ਤੋਂ ਮਿਲੀ। ਸੋ ਪਲਾਂਟਸ ਜਿਹੜੇ ਉਹ ਆਪਣਾ ਖਾਣਾ ਬਣਾ ਸਕਦੇ ਆ, ਐਨੀਮਲਸ ਆਪਣਾ ਖਾਣਾ ਆਪ ਨਹੀਂ ਬਣਾ ਸਕਦੇ। ਐਨੀਮਲਸ ਦੇ ਵਿੱਚ ਕੌਣ ਆਉਂਦੇ? ਹਿਊਮਨ ਬੀਇੰਗਸ। ਅਸੀਂ ਆਪਣਾ ਖਾਣਾ ਆਪ ਨਹੀਂ ਬਣਾ ਸਕਦੇ ਹੈਗੇ। ਸੋ ਉਹ ਵਾਲੇ ਜਿਹੜੀ ਇਹ ਪ੍ਰਕਿਰਿਆ ਹੁੰਦੀ ਹੈ ਨਾ, ਜਿਸ ਦੇ ਨਾਲ ਪਲਾਂਟਸ ਆਪਣਾ ਖਾਣਾ ਆਪ ਬਣਾਉਂਦੇ ਪਏ ਆ, ਵੀ ਮਤਲਬ ਉਹ ਜਿਹੜਾ ਕਣਕ ਦਾ ਦਾਣਾ ਬਣਦਾ ਪਿਆ, ਉਹ ਪ੍ਰਕਿਰਿਆ ਨੂੰ ਕੀ ਕਹਿੰਦੇ? ਫੋਟੋਸਿੰਥਸਿਸ। ਉਹ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਵਾ? ਫੋਟੋਸਿੰਥਸਿਸ। ਅਤੇ ਇਹ ਵਾਲੀ ਜਿਹੜੀ ਫੋਟੋਸਿੰਥਸਿਸ ਹੁੰਦੀ ਹੈ ਨਾ, ਇਹ ਕੀ ਹੋ ਗਈ? ਫੋਟੋਸਿੰਥਸਿਸ। ਸੋ ਇਹ ਫੋਟੋਸਿੰਥਸਿਸ ਕਿਹਦੇ ਕਰਕੇ ਹੋ ਪਾਉਂਦੀ ਆ? ਕਿਉਂਕਿ ਪਲਾਂਟ ਸੈੱਲ ਦੇ ਵਿੱਚ ਪਲਾਸਟਿਡ ਹੁੰਦੀ ਆ, ਸੈੱਲ ਔਰਗਨੈਲੀ ਪਲਾਸਟਿਡ, ਇਹਦੇ ਕਰਕੇ ਫੋਟੋਸਿੰਥਸਿਸ ਹੋ ਪਾਉਂਦੀ। ਅਸੀਂ ਹੁਣ ਫੋਟੋਸਿੰਥਸਿਸ ਨਹੀਂ ਕਰ ਸਕਦੇ, ਅਸੀਂ ਆਪਣਾ ਖਾਣਾ ਨਹੀਂ ਬਣਾ ਸਕਦੇ। ਕਿਉਂ? ਕਿਉਂਕਿ ਐਨੀਮਲ ਸੈੱਲ ਦੇ ਵਿੱਚ ਜਿਹੜੀ ਆ ਆਪਣੇ ਕੋਲ ਪਲਾਸਟਿਡ ਵਾਲੀ ਸੈੱਲ ਔਰਗਨੈਲੀ ਹੈ ਹੀ ਨਹੀਂ। ਦੇਖੋ ਤੀਜਾ ਪੁਆਇੰਟ ਕੀ ਆ ਗਿਆ ਕਿ ਜਿਹੜਾ ਪਲਾਂਟ ਸੈੱਲ ਇਹਦੇ ਵਿੱਚ ਵੈਕਿਊਲ ਵੱਡਾ ਹੁੰਦਾ। ਵੈਕਿਊਲ ਵੀ ਕੀ ਇੱਕ ਸੈੱਲ ਔਰਗਨੈਲੀ ਆ। ਮੰਨ ਲਓ ਆਹ ਕੀ ਆ? ਪਲਾਂਟ ਸੈੱਲ ਆ, ਇਹਦੇ ਵਿੱਚ ਵੈਕਿਊਲ ਪਤਾ ਕਿੱਡਾ ਵੱਡਾ ਹੁੰਦਾ? ਏਡਾ ਵੱਡਾ। ਮੰਨ ਲਓ ਆਹ ਕੀ ਆ ਆਪਣੇ ਕੋਲ? ਐਨੀਮਲ ਸੈੱਲ। ਐਨੀਮਲ ਸੈੱਲ ਦੇ ਵਿੱਚ ਵੈਕਿਊਲ ਪਤਾ ਕਿੱਡਾ ਹੁੰਦਾ? ਛੋਟਾ ਹੁੰਦਾ। ਪਲਾਂਟ ਸੈੱਲ ਦੇ ਵਿੱਚ ਵੈਕਿਊਲ ਵੱਡਾ ਹੁੰਦਾ, ਵੱਡਾ ਵੈਕਿਊਲ, ਲਾਰਜ ਵੈਕਿਊਲ ਲਿਖਿਆ, ਸਮੋਲ ਵੈਕਿਊਲ ਐਨੀਮਲ ਸੈੱਲ ਦੇ ਵਿੱਚ, ਠੀਕ ਹੈ ਨਾ। ਹੁਣ ਅਗਲੀ ਚੀਜ਼, ਜਦੋਂ ਵੈਕਿਊਲ ਵੱਡਾ ਵਾ, ਨਿਊਕਲੀਅਸ ਕਿੱਥੇ ਪ੍ਰੈਜ਼ੈਂਟ ਹੋਊਗਾ? ਹੁਣ ਮੰਨ ਲਓ ਆ ਗਈ ਆਪਣੇ ਕੋਲ ਪਲਾਂਟ ਸੈੱਲ, ਇਹਦੇ ਵਿੱਚ ਵੈਕਿਊਲ ਏਡਾ ਵੱਡਾ ਆ,
एक सेकंड, मान लो अपने कोल ਇਹ ਕੀ ਆ ਪਲਾਂਟ ਸੈੱਲ, ਇਹ ਕੀ ਆ ਐਨੀਮਲ ਸੈੱਲ। ਇਹਦੇ ਵਿੱਚ ਵੈਕਿਊਲ ਕੀ ਆ ਕਿੰਨਾ ਵੱਡਾ, ਇਹ ਕੀ ਆ ਵੈਕਿਊਲ। ਜਿਹੜਾ ਐਨੀਮਲ ਸੈੱਲ ਆ ਇਹਦੇ ਵਿੱਚ ਵੈਕਿਊਲ ਕੀ ਆ ਛੋਟਾ ਆ। ਐਨੀਮਲ ਸੈੱਲ ਦੇ ਵਿੱਚ ਵੈਕਿਊਲ ਕੀ ਆ ਛੋਟਾ, ਉੱਪਰ ਪੜ੍ਹ ਲਿਆ ਆਪਾਂ। ਹੁਣ ਜਦੋਂ ਇਹਦਾ ਵੈਕਿਊਲ ਵੱਡਾ ਤਾਂ ਨਿਊਕਲੀਅਸ ਕਿੱਥੇ ਪ੍ਰੈਜੈਂਟ ਹੋਣਾ, ਇੱਥੇ ਪੈਰੀਫਰੀ 'ਤੇ। ਪੈਰੀਫਰੀ ਮਤਲਬ ਹੁੰਦਾ ਸਾਈਡਸ 'ਤੇ ਪ੍ਰੈਜੈਂਟ ਹੁੰਦਾ ਨਿਊਕਲੀਅਸ। ਨਿਊਕਲੀਅਸ ਸਾਈਡ 'ਤੇ ਪ੍ਰੈਜੈਂਟ ਕਿਉਂਕਿ ਵੈਕਿਊਲ ਨੇ ਸਾਰੀ ਜਗ੍ਹਾ ਮੰਨ ਲਈ। ਐਨੀਮਲ ਸੈੱਲ ਦੇ ਵਿੱਚ ਵੈਕਿਊਲ ਕੀ ਆ ਛੋਟਾ, ਸੋ ਨਿਊਕਲੀਅਸ ਕਿੱਥੇ ਪ੍ਰੈਜੈਂਟ ਹੁੰਦਾ ਸੈਂਟਰ ਦੇ ਵਿੱਚ। ਠੀਕ ਹੈ, ਹੁਣ ਆਪਾਂ ਪੜ੍ਹਨਾ ਆ ਨਿਊਕਲੀਅਸ ਬਾਰੇ ਕੁਝ। ਹੁਣ ਕਿਹਦੇ ਬਾਰੇ ਪੜ੍ਹਨਾ ਆਪਾਂ, ਨਿਊਕਲੀਅਸ ਬਾਰੇ। ਠੀਕ ਹੈ, ਚਲੋ ਨਿਊਕਲੀਅਸ ਬਾਰੇ ਆਪਾਂ ਨਾ ਆਪਣੇ ਲੈਕਚਰ 4th ਦੇ ਵਿੱਚ ਪੜ੍ਹਾਂਗੇ। ਠੀਕ ਹੈ ਨਾ। ਸੋ ਲੈਕਚਰ 1, ਲੈਕਚਰ 2, ਲੈਕਚਰ 3 ਹੋ ਗਏ ਆਪਣੇ। ਇਹ ਤਿੰਨੋਂ ਲੈਕਚਰਸ ਨੂੰ ਤੁਸੀਂ ਪੜ੍ਹ ਲੈਣਾ ਆ। ਠੀਕ ਹੈ ਨਾ, ਸਮਝ ਲੈਣਾ ਹੈ। ਜਿੱਥੋਂ ਨਾ ਸਮਝ ਲੱਗੇ ਮੈਨੂੰ ਪੁੱਛ ਲੈਣਾ ਹੈ, ਅੱਗੇ ਆਪਾਂ ਨੈਕਸਟ ਲੈਕਚਰ 'ਚ ਸਟਾਰਟ ਕਰਾਂਗੇ।